ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम नाइम द टीम मारिक जवेद ਤੁਹਾਡੀ ਖidmat ਚ ਹਾਜ਼ਰ ਹੈ। ਨਾਜ਼ਰੀਨ ਸਾਡਾ ਚੈਨਲ ਸਬਸਕ੍ਰਾਈਬ ਕਰੋ। ਅੱਜ ਤੁਹਾਨੂੰ ਲੈ ਕੇ ਚੱਲਾਂਗੇ ਅਮਰੀਕਾ। ਬਹੁਤ ਹੀ ਪਿਆਰੇ ਦੋਸਤ, ਬਹੁਤ ਐਕਟਿਵ, ਇਨਸਾਨੀਅਤ ਦੀ ਖਿਦਮਤ ਚ ਮਾਸ਼ਾਅੱਲਾ ਜ਼ਬਰਦਸਤ ਕਿਰਦਾਰ ਅਦਾ ਕਰਦੇ ਨੇ ਔਰ ਅੱਛੇ ਮਸ਼ਵਰੇ ਦਿੰਦੇ ਨੇ ਲੋਕਾਂ ਨੂੰ। ਮਲਕ ਸ਼ਾਹਦ ਹੁਸੈਨ ਅਮਾਨ ਸਾਹਿਬ ਸਾਡੇ ਨਾਲ ਹੋਣਗੇ। अस्सलाम वालेकुम मलिक साहब। जी वालेकुम रहमतुल्लाह वबरकातुहू। बहुत मलिक शुक्रिया साहब ਤੁਸੀਂ ਰਾਬਤਾ ਕੀਤਾ। हाँ जी, ਤੁਹਾਡਾ भी मलिक साहब बहुत शुक्रिया। की हाल है ਤੁਹਾਡਾ? मैं क्या ठीक ठाक जी। ਜੀ ਅਲਹਮਦੁਲਿल्लाह ਜਜ਼ਾਕ ਅਸੀਂ ਇਹ ਚੈਨਲ ਰੱਖਿਆ ਖੁੱਲੀ ਗੱਪਸ਼ਪ ਹੁੰਦੀ ਹੈ, ਕੋਈ ਤਕੱਲਫ ਨਹੀਂ ਇਹਦੇ ਚ ਹੈਗਾ ਨਾ। ਠੀਕ ਤੇ ਮਲਿਕ ਸਾਹਿਬ ਆਪਣਾ ਕਰੋਨਾ ਵਾਇਰਸ ਨੇ ਫਿਰ ਘਰ ਬਿਠਾਇਆ ਅੱਜ ਕੱਲ। ਹਾਂਜੀ, ਮੈਂ ਤੁਹਾਡੇ ਸਾਰੇ ਪ੍ਰੋਗਰਾਮ ਤਕਰੀਬਨ ਦੇਖਦਾ ਰਹਿਣਾ। ਬਹੁਤ ਹੀ ਅੱਛੇ ਤੁਹਾਡੇ ਪ੍ਰੋਗਰਾਮ ਹੁੰਦੇ ਨੇ, ਬੜੇ ਮਾਲੂਮਾਤੀ ਹੁੰਦੇ ਨੇ। ਕਰੋਨਾ ਦੇ ਮਤਲਬ ਤੁਸੀਂ ਸਵਾਲ ਕੀਤਾ, ਇੱਥੇ ਤਕਰੀਬਨ ਕਾਫੀ ਲਾਕਡਾਊਨ ਟਾਈਪ ਸੀ, ਲੇਕਿਨ ਸਟੋਰ ਖੁੱਲੇ ਸਨ ਜੀ ਜੀ। ਤੇ ਬਿਜ਼ਨਸ ਜਿਹੜਾ ਸੀ ਨਾ ਉਹ ਬੜਾ ਮਤਲਬ ਜਿਹਨੂੰ ਕਹਿੰਦੇ ਸਲੋ ਹੋ ਗਿਆ। ਮਿਸਾਲ ਦੇ ਤੌਰ ਤੇ ਮੈਕਡੋਨਲਡ ਦੇ ਵਿੱਚ ਬਹਿਣ ਨਹੀਂ ਸੀ ਜਾਂਦੇ, ਬਾਹਰੋਂ ਬਾਹਰ ਲੈ ਕੇ ਚਲੇ ਜਾਓ। ਜੀ ਜੀ। ਤੇ ਇਸੇ ਤਰ੍ਹਾਂ ਹੀ ਅੰਦਰ ਵਾਲਮਾਰਟ ਵਗੈਰਾ ਬੜਾ ਬਿਜ਼ੀ ਹੁੰਦਾ ਸੀ, ਉਹ ਸਲੋ ਹੋ ਗਿਆ। ਥੋੜੇ ਥੋੜੇ ਬੰਦੇ ਵੜਦੇ ਨੇ, ਬਾਕੀ ਸਭ ਚੱਲਦਾ ਪਿਆ। ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਬਾਕੀ ਮੁਲਕਾਂ 'ਚ ਹੈਗਾ, ਬਿਲਕੁਲ ਬੰਦ ਕਰ ਦਿੱਤਾ ਜਾਏ। ਠੀਕ। ਤੇ ਸਲੋ ਹੋ ਗਿਆ ਸੀ ਜ਼ਰੂਰ। ਮਸਲਾ ਮੈਂ ਟਰੱਕ ਚਲਾਉਂਦਾ ਵਾਂ ਤੇ ਟਰੱਕਾਂ ਦੇ ਵਿੱਚ ਡਰਾਈਵਰ ਘੱਟ ਹੋ ਗਏ ਸਨ ਤੇ ਉਹਨਾਂ ਦੀ ਕੀਮਤ ਬੜੀ ਵੱਧ ਗਈ ਸੀ ਕਿ ਜਿਹੜਾ ਬੰਦਾ ਲੋਡ ਲੈ ਕੇ ਜਾਏਗਾ ਜ਼ਿਆਦਾ ਪੈਸੇ ਦਾਂਗੇ। ਲੇਕਿਨ ਮੈਂ ਤੇ ਬਹਰਹਾਲ ਪਰਹੇਜ਼ ਕੀਤਾ, ਮੈਂ ਨਹੀਂ ਗਿਆ ਕਿਉਂਕਿ ਕਾਫੀ ਟਰੱਕ ਡਰਾਈਵਰਾਂ ਨੂੰ ਵੀ ਹੋ ਗਿਆ ਸੀ, ਟੈਕਸੀ ਡਰਾਈਵਰਾਂ ਨੂੰ ਵੀ ਹੋ ਗਿਆ ਸੀ। ਤੇ ਰੋਂਦੇ ਸਾਨੂੰ ਕਿ ਯਾਰ ਬੜੀ ਗਲਤੀ ਕੀਤੀ। ਠੀਕ ਮਲਿਕ ਸਾਹਿਬ ਜੀ ਕਿਦੋਂ ਤੋਂ ਥੋੜਾ ਖਿਆਲ ਦੇ ਜਿਹਾ ਨਾਲ ਅਮਰੀਕਾ ਇਜ਼ਾਫਾ ਮੈਂ ਥੋੜਾ ਜਿਹਾ ਇਜ਼ਾਫਾ ਕਰਦਾ। ਚੰਦ ਦਿਨਾਂ ਤੋਂ ਨਾ ਫਿਰ ਕੰਮ ਓਪਨ ਕਰ ਦਿੱਤਾ ਗਵਰਨਮੈਂਟ ਨੇ ਕਿ ਕੰਮ ਤੇ ਆਓ। ਜੀ ਤੇ ਜੀ। ਹੁਣ ਮੈਂ ਦੇਖਿਆ ਸਟੋਰਾਂ ਦੇ ਵਿੱਚ ਥੋੜਾ ਜਿਹਾ ਇਜ਼ਾਫਾ ਹੈ। ਪਿਛਲੇ ਵੀਕ ਤੋਂ ਮੈਂ ਦੇਖ ਰਿਹਾ ਜੀ। ਥੋੜਾ ਜਿਹਾ ਮੈਂ ਇਜ਼ਾਫਾ ਕਰਨਾ ਸੀ। ਅੱਛਾ, ਕਿਦੋਂ ਤੋਂ ਟਰੱਕ ਡਰਾਈਵਰੀ ਕਰ ਰਹੇ ਜੀ? ਅੱਛਾ, ਮੈਂ ਥੋੜਾ ਜਿਹਾ ਤਾਰਫ ਇਸ ਤਰ੍ਹਾਂ ਵੀ ਕਰਾਦਾ ਕਿ ਮੈਂ ਨਾ ਜੁਲਾਈ 99 ਚ ਅਮਰੀਕਾ ਆਇਆ ਸਾਂ ਤੇ ਮੈਂ ਫਿਰ ਆਂਦੇ ਸਾਰੀ ਇੱਕ ਸਟੋਰ ਤੇ ਖੜਾ ਹੋ ਗਿਆ। ਉਹਨੇ 1 ਮਹੀਨਾ ਮੇਰੇ ਕੋਲ ਕੰਮ ਲੈ ਕੇ $100 ਦਿੱਤਾ ਮੈਨੂੰ, $100। ਕਹਿੰਦਾ ਤੂੰ ਮੇਰੇ ਕੰਮ ਦਾ ਬੰਦਾ ਨਹੀਂ ਹੈ। ਉਲਟਾ ਫਿਰ ਉਹਦੇ ਚ $20 ਨਾ ਮੇਰੇ ਸ਼ਾਰਟ ਮਨੀ ਦੇ ਕੱਟ ਲਏ। ਉਸ ਤੋਂ ਬਾਅਦ ਫਿਰ ਮੈਂ ਰੋਂਦਾ ਹੋਇਆ ਕਿਸੇ ਦੋਸਤ ਕੋਲ ਗਿਆ, ਉਹਨੇ ਮੈਨੂੰ $800 ਤੇ ਲਵਾ ਦਿੱਤਾ। ਨਹੀਂ, $100 ਪੂਰੇ ਮਹੀਨੇ ਦਾ ਦਿੱਤਾ ਉਹਨੇ? ਮਹੀਨੇ ਦਾ ਦਿੱਤਾ, ਹਾਂਜੀ। ਬਸ ਇਸ ਤਰ੍ਹਾਂ ਹੀ ਆ। ਮੈਂ ਇਸ ਅੱਗੇ ਜਾ ਕੇ ਮੈਂ ਸਾਰੀ ਕਹਾਣੀ ਤੁਹਾਨੂੰ ਵਜ਼ਾਹਤ ਹੁੰਦੀ ਚਲੀ ਜਾਏਗੀ ਆਰਾਮ ਤੋਂ ਗੱਲ। ਅੱਛਾ, ਫਿਰ ਮੈਂ ਨਾ ਮੇਰਾ ਇੱਕ ਦੋਸਤ ਆਇਆ, ਉਹਨੇ ਵੇਖ ਕੇ ਤੇ ਉਹ ਵੀ ਰੋ ਪਿਆ ਕਿ ਇੱਥੇ ਨਾ ਕੀ ਹੁੰਦਾ ਪਿਆ। ਉਹਨੇ ਮੈਨੂੰ ਚੁੱਕਿਆ ਇੱਥੋਂ ਦੀ ਮੈਰੀਲੈਂਡ ਤੋਂ, ਉਹ 3000 ਮੀਲ ਤੋਂ ਨਾ ਸਿਆਟਲ ਲੈ ਗਿਆ। ਸਿਆਟਲ ਮੈਂ $800 ਤੇ ਮੁਲਾਜ਼ਮ ਹੋ ਗਿਆ ਮਹੀਨੇ ਦਾ। ਉਹਨੇ ਮਹੀਨਾ ਇੱਕ ਮੈਨੂੰ ਰੱਖਿਆ, ਰੋਟੀ ਕੱਪੜਾ ਮਕਾਨ ਵੀ ਦਿੱਤਾ ਵਿਚਾਰੇ ਨੇ। ਫਿਰ ਮੈਨੂੰ ਮੇਰੇ ਬੀਵੀ ਬੱਚੇ ਆ ਗਏ ਤੇ ਉਹ ਕਹਿੰਦਾ ਤੂੰ ਕੋਈ ਹੋਰ ਜੌਬ ਕਰ ਲੈ। ਫਿਰ ਮੈਨੂੰ ਉਹਨਾਂ ਨੇ $1200 ਤੇ ਲਵਾਤਾ ਅਥੋਪੀਅਨ ਕੋਲ। ਫਿਰ ਉਹਨੇ ਅਥੋਪੀਅਨ ਨੇ ਵੇਖਿਆ ਬੰਦਾ ਚੰਗਾ ਕੰਮ ਕਰਦਾ, ਉਹਨੇ ਕਿਹਾ ਤੂੰ 7 ਦਿਨ ਕਰੇਂਗਾ ਤੈਨੂੰ 2000 ਦਿਆਂਗੇ। ਮੈਂ ਚੰਦ ਮਤਲਬ ਹੈ ਕਿ $100 ਦਾ ਚੱਲਿਆ ਬੰਦਾ 2000 ਤੇ ਚਲਾ ਗਿਆ। ਉਹ ਫਿਰ ਮੈਂ ਘਰ ਪਿੱਛੇ ਪੈਸੇ ਭੇਜਾਂ $1000 ਤੇ ਸਾਰੇ ਮੇਰੇ ਵਾਲੇ ਸਾਹਿਬ ਕਹਿਣਗੇ ਅੱਜ ਪਤਾ ਲੱਗਾ। ਕੋਈ ਅੱਗੇ ਵੀ ਮੇਰੇ ਭਾਈ ਆਏ ਸੀ ਕਹਿੰਦੇ ਹੁਣ ਪਤਾ ਲੱਗਾ ਕਿ ਅਮਰੀਕਾ ਬੰਦਾ ਗਿਆ ਹੈ। ਫਿਰ ਮੈਂ ਕਿਹਾ ਕਿ ਹੋਰ ਕੁਝ ਕਰਨਾ ਚਾਹੀਦਾ ਹੈ। ਪੈਸੇ ਤੇ ਇੰਨੇ ਨਹੀਂ ਬੰਦੇ ਪੇ 2-3 ਸਾਲ 7-11 ਰਾਤ ਦੀ ਜਮ੍ਹਾਂ ਕਰਕੇ ਤੇ ਮਸ਼ਵਰੇ ਕੀਤੇ ਤੇ ਕਿਸੇ ਨੇ ਟੈਕਸੀ ਡਰਾਈਵਰ ਬਣ ਜਾ। ਟੈਕਸੀ ਡਰਾਈਵਰ ਦਾ ਕੋਰਸ ਕੀਤਾ। ਅੱਛਾ। ਉਹਦੇ ਵਿੱਚ ਵੀ ਅਸਾਂ ਹੀ ਥੋੜਾ ਬਹੁਤਾ ਮਤਲਬ ਹੈ ਕਿ ਨਵੇਂ ਬੰਦੇ ਵਾਸਤੇ ਬੜੀ ਦਿੱਕਤਾਂ ਹੁੰਦੀਆਂ ਨੇ ਇਸ਼ਾਰਿਆਂ ਦਾ। ਉਦੋਂ GPS ਨਹੀਂ ਸੀ ਹੁੰਦਾ। ਠੀਕ। ਫਿਰ ਕਿਸੇ ਨੇ ਕਿਹਾ ਬੱਸ ਡਰਾਈਵਰ ਬਣ ਜਾ ਸਕੂਲ ਦਾ। ਮੈਂ ਬੱਸ ਡਰਾਈਵਰ ਦਾ ਕੋਰਸ ਕਰ ਲਿਆ। ਫਿਰ ਇੱਕ ਬੰਦਾ ਮਿਲਿਆ, ਉਹਦੇ ਚ ਵੀ ਇਹ ਹੁੰਦਾ ਕਿ ਸਵੇਰੇ ਜਾਓ ਫਿਰ ਘਰ ਆ ਜਾਓ, ਫਿਰ ਸ਼ਾਮੀ ਜਦੋਂ ਬੱਚਿਆਂ ਦੀ ਛੁੱਟੀ ਹੁੰਦੀ ਫਿਰ ਲੈ ਕੇ ਆਓ। ਤੇ 20 ਕਲਾਸ ਦਾ ਉਹ ਅਸੀਂ ਨਾ ਲਾਇਸੈਂਸ ਲਿਆ ਸੀਗਾ। ਫਿਰ ਮੈਂ ਉਸ ਤੋਂ ਬਾਅਦ ਕਿਸੇ ਨੇ ਕਿਹਾ ਯਾਰ ਟਰੱਕ ਡਰਾਈਵਰ ਬਣ ਜਾ। ਮੈਂ ਕਿਹਾ ਯਾਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਉਹ ਕਹਿੰਦਾ ਨਹੀਂ ਪੰਜਾਬੀਆਂ ਦੇ ਸਕੂਲ ਹੀ ਤੈਨੂੰ ਸਿੱਖਾਂ ਚ ਦਾਖਲ ਕਰਾਂਗਾ, ਫਿਕਰ ਹੀ ਨਾ ਕਰ, ਮਹੀਨੇ ਦੇ ਵੀ ਤੈਨੂੰ ਲਾਇਸੈਂਸ ਦਵਾ ਦਾਂ। ਉਹ ਮਹੀਨੇ ਦੇ ਬਾਅਦ ਮੈਨੂੰ ਲਾਇਸੈਂਸ ਮਿਲ ਗਿਆ 19 ਦਸੰਬਰ 2003 ਚ। ਬਸ ਮੈਂ ਫਿਰ ਕੀ ਸੀ $1000 ਕਿੱਥੇ, ਮੈਨੂੰ $1000 ਮਤਲਬ ਵੀਕ ਦਾ ਵੀ ਨਹੀਂ ਸੀ ਮਿਲਦਾ ਤੇ $1000 ਵੀਕ ਦਾ ਮਿਲਣ ਲੱਗ ਗਿਆ। ਸੋ ਚੱਲ ਫਿਰ 2003 ਤੋਂ ਹੁਣ ਤੱਕ ਟਰੱਕ ਹੀ ਚਲਾ ਰਿਹਾ ਤੇ 4000-5000 ਬੰਦਾ ਲੋਕਾਂ ਨੂੰ ਵੀ ਫਿਰ ਮੈਂ ਚੜਾਇਆ। ਜਿੰਨਾ ਜਿਹੜੇ ਬੰਦੇ ਦੇਸੀ ਵਲੈਤੀ ਦੂਜੇ ਮਿਲਦੇ ਸੀ ਕਿੰਨੇ ਪੈਸੇ ਕਮਾਉਣਾ, ਉਹ ਕਹਿੰਦਾ 1000 ਕਮਾਉਣਾ, 500 ਕਮਾਉਣਾ, 300 ਕਮਾਉਣਾ। ਮੈਂ ਕਿਹਾ ਅੱਜ ਤੈਨੂੰ ਟਰੱਕ ਚਲਾਉਣਾ ਹੈ। ਉਹਨੂੰ ਫਿਰ ਟਰੱਕ ਚੜਵਾਉਣਾ ਤੇ ਉਹਨੂੰ ਅੱਲਾ ਦੇ ਫਜ਼ਲ ਨਾਲ ਫਿਰ ਉਹ ਤਕਰੀਬਨ ਮੈਂ 200-300-400 ਜਿਹੜੇ ਵੀ ਨਵੇਂ ਆਮਦੀ ਇੱਥੇ ਆ ਰਹੇ ਨੇ ਮੁਸਲਿਮ ਮੁਲਕਾਂ ਤੋਂ ਉਹਨਾਂ ਨੂੰ ਟਰੱਕ ਤੇ ਚੜਾਈਦਾ। ਜ਼ਬਰਦਸਤ, ਇਹਦੇ ਖਿਦਮਤ ਹੈ ਬਹੁਤ ਜ਼ਬਰਦਸਤ। ਇਸੇ ਤਰ੍ਹਾਂ ਹੀ ਥੋੜੀ ਜਿਹੀ ਇਹਦੇ ਚ ਇਜ਼ਾਫਾ ਹੋਰ ਕਰਦਾ। ਜਦੋਂ ਮੈਂ ਇੱਥੇ ਆਇਆ ਨਾ ਤਾਂ ਬੜੀ ਦਿੱਕਤ ਪੇਸ਼ ਆਈ। ਲੋਕਾਂ ਨੇ ਕੱਢ ਦਿੱਤਾ, ਰੁਕਦੇ ਸੀ ਵੀਕ ਬਾਅਦ ਰਿਸ਼ਤੇਦਾਰ ਅਜ਼ੀਜ਼, ਬਹੁਤ ਬੁਰਾ ਹਾਲ ਹੋਇਆ। ਛੋਟੇ ਛੋਟੇ ਬੱਚੇ ਸੀ, 6 ਮਹੀਨੇ ਦੀ ਬੇਟੀ ਸੀ ਤੇ 1.5 ਸਾਲ ਦਾ ਬੇਟਾ ਸੀ। ਫਿਰ ਉਹ ਮਤਲਬ ਕਈ ਨੇਕ ਲੋਕ ਵੀ ਹੁੰਦੇ ਨੇ, ਉਹਨਾਂ ਨੇ ਹੈਲਪ ਕੀਤੀ
ਫਿਰ ਅਸੀਂ ਮਤਲਬ ਹੈ ਕਿ ਨਾਲ ਦੇ ਨਾਲ ਮਤਲਬ ਹੈ ਕਿ ਮਤਲਬ ਅੱਛੇ ਜਾਬਾਂ ਵੀ ਮਿਲਦੀਆਂ ਗਈਆਂ ਔਰ ਪੈਸੇ ਵੀ ਆਉਣੇ ਸ਼ੁਰੂ ਹੋ ਗਏ, ਦਿਨ ਵੀ ਫਿਰ ਗਏ। ਫਿਰ ਮੈਂ ਬੱਸਾਂ ਦੇ ਉੱਤੇ 2 ਸਾਲ ਜਾਂਦਾ ਸੀ, ਰਾਤ ਦੀ ਜਾਬ ਕਰਦਾ ਸਾਂ, ਸਵੇਰੇ ਸੋ ਜਾਂਦਾ ਸਾਂ ਤੇ ਉਹ ਬੱਸ ਮੈਂ ਕਿਤੇ ਅੱਗੇ ਲੈ ਜਾਂਦੀ ਸੀ। ਫਿਰ ਮੈਂ ਵਾਪਸ ਆਉਣਾ 3-4 ਘੰਟੇ ਦੇ ਮੇਰੇ ਬੱਸਾਂ ਦੇ ਜਿੰਗੀ ਘਰ ਤੱਕ ਆਉਂਦਿਆਂ ਲੱਗ ਜਾਂਦੇ ਸੀ। ਉਸ ਤੋਂ ਬਾਅਦ ਫਿਰ ਪੌਣੇ 1.5-2 ਸਾਲ ਬਾਅਦ ਗੱਡੀ ਦਾ ਲਾਇਸੈਂਸ ਆਪ ਲਿਆ, ਫਿਰ ਬੀਵੀ ਨੂੰ ਲੈ ਕੇ ਦਿੱਤਾ ਤੇ ਫਿਰ ਦਿਨ ਫਿਰੇ ਸਾਡੇ ਤੇ ਉਹ ਅਸੀਂ ਗੱਡੀ ਲੈ ਲਈ। ਫਿਰ ਉਸ ਤੋਂ ਬਾਅਦ ਅਸੀਂ ਉੱਧਰੋਂ ਦੀ ਬਾਰਿਸ਼ ਬੜੀ ਪੈਂਦੀ ਸੀ ਸਿਆਟਲ ਸਾਈਡ ਤੇ, ਉਹਦਾ ਅਲਾਸਕਾ ਦਾ ਜਿਹੜਾ ਨਾ ਬੱਦਲ ਆਉਂਦੇ ਨੇ ਤੇ ਉਹ ਵਨਕੂਵਰ ਤੇ ਅਲਾਸਕਾ ਬੜੇ ਉੱਥੇ ਸਿਆਟਲ ਬੜੀ ਬਾਰਿਸ਼ ਪੈਂਦੀ। ਫਿਰ ਉੱਥੋਂ ਮੂਵ ਹੋ ਕੇ ਫਿਰ ਦੁਬਾਰਾ ਨਿਊ ਜਰਸੀ ਆ ਗਏ। ਫਿਰ ਚੱਲ ਸੋ ਚੱਲ ਇਹਦਾ ਇਹ ਕੀਤਾ ਸੀ ਕਿ ਜਦੋਂ ਸਾਨੂੰ ਮੁਸੀਬਤ ਪਈ ਹੈ ਤੇ ਅਸੀਂ ਅੱਗੋਂ ਲੋਕਾਂ ਨੂੰ ਨਾ ਪੈਣ ਦਈਏ। ਫਿਰ ਜਿਹੜਾ ਆਉਂਦਾ ਸੀ ਉਹਨੂੰ ਸੈੱਟ ਕਰੀਦਾ ਸੀ, ਮੈਡੀਕਲ ਵੀ ਦਵਾਉਣੀ, ਹੋਰ ਚੀਜ਼ਾਂ ਦਵਾਉਣਾ, ਸਿੱਖ ਹਿੰਦੂ ਨੂੰ ਕਹਿਣਾ ਕੁਝ ਕਰਨਾ ਕਰ, ਤੂੰ ਪਰੇਸ਼ਾਨ ਨਾ ਹੋ। ਉਹ ਡਰਦੇ ਸਨ ਕਿਸੇ ਲੀਗਲ ਨਹੀਂ ਹੈਗੇ। ਮੈਂ ਕਹਿੰਦਾ ਨਹੀਂ, ਤੁਸੀਂ ਫਿਕਰ ਨਾ ਕਰੋ, ਉਹ ਜਿੰਨੀ ਕੀਮਤ ਹੋਣੀ ਦਵਾਉਣਾ, ਉਹਨਾਂ ਦਾ ਕੱਪੜਾ ਲੱਤਾ, ਉਹ ਟੁੱਟੀ ਫੁੱਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਇਕੱਠੀਆਂ ਕਰ ਲੈਣੀਆਂ, ਦੇਣੀਆਂ ਉਹਨਾਂ ਨੂੰ ਵਿਚਾਰਿਆਂ ਨੂੰ, ਹਿੰਮਤ ਬਣਾਉਣੀ। ਇਸ ਤਰ੍ਹਾਂ ਕਰਕੇ ਨਾ ਉਹ ਮਤਲਬ ਬਦਲਾ ਲਿਆ ਉਸ ਬਦੀ ਦਾ ਜਿਹੜਾ ਸਾਡੇ ਨਾਲ ਹੋਈ ਸੀ ਲੋਕਾਂ ਨੇ। ਵੈਸੇ ਮਲਕ ਸਾਹਿਬ ਇਹ ਤੇ ਜ਼ਬਰਦਸਤ ਤੁਸੀਂ ਕੀਤਾ। ਮੈਂ ਵੀ ਅਮਰੀਕਾ ਦੀ ਇੱਕ ਗੱਲ ਸੁਣਾ ਦਿਆਂ। ਮੈਂ ਵੀ 93 ਚ ਅਮਰੀਕਾ ਗਿਆ ਸੀ, ਨਿਊਯਾਰਕ ਨਾ, ਤੇ ਮੈਂ ਮਲਕ ਸਾਹਿਬ ਸੁਣ ਰਹੇ ਜੇ? ਬੜਾ ਤੋਜੋ ਨਾਲ। ਅੱਛਾ, ਤੇ ਮੈਂ ਜਦੋਂ 에ਅਰਪੋਰਟ ਤੋਂ ਬਾਹਰ ਨਿਕਲਿਆ ਤੇ ਟੈਕਸੀ ਵਾਲਾ ਸੀ ਇੱਕ ਬੰਦਾ, ਨੂੰ ਮੈਂ ਕਿਹਾ ਮੈਂ ਐਡਰੈਸ ਤੇ ਜਾਣਾ, ਉਹਨੂੰ ਐਡਰੈਸ ਦਿਖਾਇਆ। ਉਹ 15 ਕਿਲੋਮੀਟਰ ਐਡਰੈਸ ਸੀ ਦੂਰ ਨਾ 에ਅਰਪੋਰਟ ਤੋਂ। ਉਹ ਕਹਿੰਦਾ $175। ਮੈਂ ਕਿਹਾ ਮੇਰਾ ਬੈਗ ਤੂੰ ਵਾਪਸ ਦੇ ਦੇ। ਉਹ ਡਿੱਗੀ ਚੋਂ ਕੱਢਿਆ ਉਹਨੇ, ਤਾਂ ਜੀ ਮੈਂ $1 ਤੇ ਪਤਾ ਨਹੀਂ 25 ਉੱਥੇ ਦੇ ਪੈਂਸ ਦੀ ਟਿਕਟ ਲੈ ਕੇ ਅੰਡਰਗਰਾਊਂਡ ਤੇ ਬੈਠ ਕੇ ਇਹਨਾਂ ਦੇ ਉੱਥੇ ਪਹੁੰਚ ਗਿਆ। ਅੱਛਾ, ਮਕਸਦ ਇਹ ਵਾ ਕਿ ਉੱਥੇ ਵੀ ਅਮਰੀਕਾ ਹੋਏ ਜਾਂ ਇੰਗਲੈਂਡ ਹੋਏ ਜਾਂ ਦੁਨੀਆ ਦਾ ਕੋਈ ਮੁਲਕ ਵੀ ਹੋਏ, ਨਵੇਂ ਬੰਦੇ ਦੇ ਲਈ ਤੇ ਮੁਸ਼ਕਲਾਤ ਬਹੁਤ ਹੁੰਦੀਆਂ ਨੇ। ਲੇਕਿਨ ਜਿਹੜੇ ਯੂਰਪ 'ਚ ਫਿਰਦੇ ਰਹਿੰਦੇ ਹੋਣ, ਜਾਂ ਮੈਂ ਯੂਰਪ 'ਚੋਂ ਗਿਆ ਸੀ, ਮੇਰੇ ਲਈ ਕੋਈ ਮੁਸ਼ਕਲ ਨਹੀਂ ਹੋਈ। ਲੇਕਿਨ ਮਲਕ ਸਾਹਿਬ ਇਹ ਥੋੜਾ ਜਿਹਾ ਹੁਣ ਪਿੱਛੇ ਚੱਲਨੇ ਤੇ ਤੁਸੀਂ ਟਰੱਕ ਡਰਾਈਵਰ ਦੀ ਕਹਾਣੀ ਸੁਣਾ ਦਿੱਤੀ। ਪਾਕਿਸਤਾਨ ਕਿਹੜੇ ਜਿਹੇ ਇਲਾਕੇ ਤੋਂ ਤਲਕ? ਮੈਂ ਜੀ ਅਸੀਂ 6 ਭਾਈ ਤੇ 3 ਭੈਣਾਂ। ਸਾਡਾ ਤਲਕ ਅਸੂਨ ਕੇਸਰ ਪਹਾੜਾਂ 'ਚ ਹੈ। ਸਾਡੇ ਦਾਦਾ ਜੀ ਜਿਹੜੇ ਸੀ ਉਹ ਤਹਿਸੀਲਦਾਰ ਸਨ, ਨਾਨਾ ਸਾਡਾ ਡੰਗਰ ਡਾਕਟਰ ਸੀ, ਯਾਨੀ ਵੈਟਰਿਨਰੀ ਡਾਕਟਰ ਸਨ। ਉਹ ਉੱਥੋਂ ਦੀ ਫਿਰ ਵਾੜਲੇ ਸਾਹਿਬ ਨੂੰ ਪੜ੍ਹਾਇਆ ਉਹਨਾਂ ਨੇ। 1922 ਦੇ ਵਿੱਚ ਕਾਦੀਆਂ ਦੇ ਵਿੱਚ ਦਾਖਲ ਹੋ ਗਏ। ਫਿਰ ਉਹ ਭਾਈ ਸਾਡੇ ਪੜ੍ਹੇ, ਪੁੱਪੋ ਵੀ ਸਾਡੀ ਪੜ੍ਹੇ, ਯਾਨੀ 2 ਪੁੱਪੋ ਸੀ। ਤੇ ਉਹਨਾਂ ਨੇ ਫਿਰ ਸਾਨੂੰ ਅੱਗੋਂ ਪੜ੍ਹਾਇਆ। ਖੁਸ਼ਾਬ ਤੋਂ ਚੁੱਕ ਕੇ ਰੱਬੇ ਲੈ ਗਏ। ਇੱਕ ਭਾਈ ਸਾਡਾ ਐਸਐਸਸੀ ਦਾਖਲ ਸੀਗਾ ਤੇ ਉਹਨੂੰ ਤੰਗ ਬੜਾ ਹੋਸਟਲ ਦੇ ਮੁੰਡੇ ਕਰਦੇ ਸੀ। ਉਹ ਫਿਰ ਉਹਨੇ ਘਰ ਲੈ ਦਿੱਤਾ। ਮੈਂ ਪਹਿਲੀ ਤਾਂ ਅਸੀਂ ਰੱਬੇ ਫਿਰ ਅੱਲਾ ਦੇ ਫਨ ਨਾਲ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਨਾ ਰੱਬੇ ਦਾ ਹੋਇਆ। ਅਸੀਂ 9 ਦੇ 9 ਭਾਈ, 3 ਭਾਈ ਡਾਕਟਰ ਹੈਗੇ ਆ, ਇੱਕ ਪ੍ਰੋਫੈਸਰ ਹੈ, ਐਮਐਸਸੀ ਪੈਂਟਾਗਨ ਲੱਗਾ, ਐਰੋਨੌਟਿਕ ਹੈ। ਮਾਸ਼ਾਅੱਲਾ। ਮੈਂ ਮੈਡੀਕਲ ਦਾ ਲਾਈਨ ਦਾ ਸੀ। ਮੈਂ ਡਾਕਟਰ ਤਾਂ ਨਾ ਬਣ ਸਕਿਆ, ਲੇਕਿਨ ਬਾਇਓਲੋਜੀ ਡਿਪਾਰਟਮੈਂਟ ਨੇ ਸਾਡੇ ਸ਼ਰੀਫ ਖਾਨ ਸਾਹਿਬ ਨੇ ਸੱਪਾਂ ਦੇ ਮਾਹਿਰ, ਯਾਨੀ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਪਾਕਿਸਤਾਨ ਕੇ ਸਾਂਪ। ਉਹਨਾਂ ਦੇ ਨਾਲ ਮੈਂ 16 ਈਅਰ ਨਾਲ ਕਲੈਕਸ਼ਨ ਕਰਵਾਈ। ਅਮਰੀਕਾ ਦਾ ਡਿਪਾਰਟਮੈਂਟ ਸੀ ਨੈਚੁਰਲ ਹਿਸਟਰੀ ਮਿਊਜ਼ੀਅਮ ਸਾਇੰਸ। ਅੱਛਾ। ਯਾਨੀ ਉਹ ਜਾਨਵਰ ਜਿਹੜੇ ਦੁਨੀਆ 'ਚ ਖਤਮ ਹੋ ਰਹੇ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨਾ ਨੈਚੁਰਲ ਹਾਲਤ ਵਿੱਚ। ਉਹਦਾ ਫਿਰ ਇਸਲਾਮਾਬਾਦ 'ਚ ਬਣਾਇਆ ਉਹਨਾਂ ਨੇ, ਕੀ ਨਾਮ ਹੈ, ਇਦਾਰਾ ਜਾਂ ਹੁੰਦਾ ਜਿੱਥੇ ਜਾਨਵਰ ਸੇਫ ਨੇ ਅੱਜ। ਤੇ ਉਹਦੇ ਵਿੱਚ ਜਿਹੜਾ ਰੈਪਟਾਈਲ ਸਿਸਟਮ ਹੈ, ਯਾਨੀ ਰੈਪਟਾਈਲ ਜਿੰਨੇ ਜਾਨਵਰ ਨੇ, ਜਿਹਦੇ 'ਚ ਇਨਸਾਨ ਵੀ ਸ਼ਾਮਲ ਹੈ, ਜਿਹਨਾਂ ਦੀ ਰੈਪਟਾਈਲ ਕਹਿੰਦੇ ਜਿਹਦੇ 'ਚ ਰੀੜ ਦੀ ਹੱਡੀ ਹੋਵੇ, ਸੱਪ, ਕਿਰਲੇ ਤੇ ਹੋਰ ਗੱਡੂ, ਇਹ ਸਾਰੇ ਇਹਨਾਂ ਨੇ ਰੈਪਟਾਈਲ ਕਰਨੇ। ਉਸ ਡਿਪਾਰਟਮੈਂਟ ਵਿੱਚ ਮੈਂ 16-17 ਸਾਲ ਕੰਮ ਕੀਤਾ। ਫਿਰ ਸਾਨੂੰ ਇਨਾਮ ਮਿਲਿਆ। ਸ੍ਰੀਲੰਕਾ 'ਚ ਅਸੀਂ ਗਏ, 15 ਦਿਨ ਦਾ ਦੌਰਾ ਸੀ ਪੂਰੀ ਦੁਨੀਆ ਦੇ ਸਾਇੰਸਦਾਨਾਂ ਦਾ। ਮੈਂ ਵੀ ਅਨਪੜ੍ਹ ਜਾਹਿਲ ਉਹਦੇ ਸ਼ਾਮਲ ਹੋ ਗਿਆ। ਖਾਨ ਸਾਹਿਬ ਦੀ ਹੋਇਆ ਤਾਂ ਬੜੀ ਅੱਲਾਹ ਤਾਲਾ ਨੇ ਉਹਦੇ 'ਚ ਪੂਰਾ। ਅਮਰੀਕਾ ਕਿੰਜ ਪਹੁੰਚੇ ਗਏ ਆਪਣਾ ਮਲਕ ਸਾਹਿਬ? ਅਮਰੀਕਾ ਕਿੰਜ ਪਹੁੰਚ ਗਏ ਫਿਰ? ਕਿੱਥੇ? ਅੱਛਾ, ਅਮਰੀਕਾ ਇਸ ਤਰ੍ਹਾਂ ਪਹੁੰਚੇ ਗਏ। ਉਹ ਫਿਰ ਹੋਇਆ ਕਿ ਮੇਰੇ ਨਾ ਇਹ ਹੁਣ ਮੈਂ ਇਹ ਕੰਮ ਕਰਦਾ ਸੀ ਨਾਲ, ਮੈਂ ਪੈਸੇ ਗੁਜ਼ਾਰਾ ਨਹੀਂ ਛੇੜਾ ਹੁੰਦਾ ਸੀ। ਮੈਂ ਰੀਅਲ ਸਟੇਟ ਦਾ ਕੰਮ ਸ਼ੁਰੂ ਕਰਤਾ। ਉਹਦੇ 'ਚ ਫਿਰ 1 ਸਾਲ ਤੇ ਕੋਈ ਨਾ ਮੈਨੂੰ ਹੋਇਆ ਤੇ ਮੈਨੂੰ ਬੰਦਾ ਕਹਿੰਦਾ ਖਾਲ ਕੀ ਹੈ, ਮੈਂ ਰੋ ਪਿਆ। ਮੈਂ ਕਿ ਲੋਕੀ ਸੌਦਾ ਕਰਵਾਉਂਦੇ ਭੱਜ ਜਾਂਦੇ ਨੇ, ਕਮਿਸ਼ਨ ਨਹੀਂ ਦਿੰਦੇ। ਉਹ ਫਿਰ ਮੈਂ ਕਹਿਣ ਲੱਗੇ ਇਹ ਲੈ ਬਿਆਨਾ ਤੇ ਇਹ ਲੈ ਕਾਰਡ ਤੇ ਤੈਨੂੰ ਸੌਦਾ ਮੇਰੇ ਨਾਂ ਦਾ ਕਰੀ। ਉਹਨਾਂ ਨੇ ਮੈਨੂੰ ਸਿਖਾਇਆ ਤੇ ਮੈਂ ਫਿਰ ਲੱਖਾਂ ਰੁਪਏ ਕਮਾਉਣ ਲੱਗ ਗਿਆ। ਸੌਦਾ ਆਪੀ ਖਰੀਦ ਲਈਦਾ ਸੀ। ਉਹ ਫਿਰ ਥੋੜੇ ਜਿਹੇ ਪ੍ਰੋਫਿਟ ਤੇ ਵੇਚਦਾ ਸਾਂ, ਬਾਕੀ ਤੇ ਡੀਲਰ ਦੂਜੀ ਜਿਹੜੀ ਕੀਮਤ ਤੇ ਵੇਚਦੇ ਸੀ। ਉਹ ਮੈਂ ਦਿਨਾਂ ਦੇ ਵਿੱਚ ਜਿਹਨੂੰ ਕਹਿੰਦੇ ਜੱਗਾ ਬਣ ਗਿਆ ਆਪਣੇ ਸ਼ਹਿਰ ਦਾ ਨਾ, ਲੋਕੀ ਮੇਰੇ ਕੋਲ ਹੀ ਆਉਣ। ਉਹ ਫਿਰ ਮੈਂ ਮਤਲਬ ਬਿਆਨਾ ਦੇ ਉੱਤੇ ਹੀ ਅੱਲਾ ਦੇ ਫਰ ਨਾਲ ਮੈਨੂੰ ਅੱਗੇ ਪ੍ਰੋਫਿਟ 1 ਲੱਖ 2 ਲੱਖ 3 ਲੱਖ ਉਦੋਂ ਬਚਦਾ ਸੀ। ਹੁਣ ਪਿਛਲੇ ਦਿਨਾਂ 'ਚ ਮੈਂ 7 ਲੱਖ ਦਾ ਕਰ ਲਿਆ ਸੀ, 80 ਲੱਖ ਦਾ ਵੇਚ ਕੇ ਆਇਆ। ਕਿੱਥੇ? ਪਾਕਿਸਤਾਨ? ਹਾਂਜੀ, ਰੱਬੇ ਹਾਂਜੀ ਰੱਬੀ ਮੇਰਾ ਸੀ ਬਿਜ਼ਨਸ। ਅੱਗੋਂ ਮੈਂ ਫਿਰ ਕਈ ਬੰਦਿਆਂ ਨੂੰ ਲੈ ਦਿੱਤਾ ਲਾਇਸੈਂਸ। ਨਹੀਂ ਤੇ ਗੱਲ ਤੇ ਫਿਰ ਉੱਥੇ ਰਹਿ ਗਈ ਕਿ ਅਮਰੀਕਾ ਕਿੰਜ ਪਹੁੰਚੇ ਮਲਕ? ਹਾਂ, ਅਮਰੀਕਾ ਕਿਵੇਂ? ਉਹ ਮੇਰੇ ਨਾ 89 ਦੇ ਵਿੱਚ ਨਾ ਮੇਰੇ 3 ਦੋਸਤ ਜਿਹੜੇ ਉੱਥੇ ਸਾਡੇ ਨਾਲ
ਅਕੈਡਮੀ ਪੜ੍ਹਾਉਂਦੇ ਸੀ, ਉਹ ਆ ਗਏ ਵੀਜ਼ਾ ਲਵਾ ਕੇ ਨਾ ਕਿਸੇ ਤਰੀਕੇ ਨਾਲ ਜਲਸੇ ਦਾ, ਮੈਨੂੰ ਛੱਡ ਦਿੱਤਾ ਉੱਥੇ। ਮੈਂ ਉਹ ਜਿਹਨੂੰ ਕਹਿੰਦੇ ਡਿਪਰੈਸ਼ਨ ਹੀ ਚਲਾ ਗਿਆ, ਪਰੇਸ਼ਾਨ ਹੋ ਗਿਆ। ਫਿਰ ਮੈਂ 89 ਤੋਂ ਜੂੰ ਕੰਮ ਸ਼ੁਰੂ ਕੀਤਾ ਵੀ ਮੈਂ ਬਾਹਰ ਜਾਣਾ। ਅੱਛਾ ਉਹਦੇ ਵਿੱਚ ਮੈਂ ਤਗੋ ਕਰਦਾ ਰਿਹਾ। ਇੱਕ ਦਫਾ ਮੈਂ ਕੈਨੇਡਾ ਤੋਂ ਡਿਪੋਰਟ ਹੋਇਆ, ਲਾਹੌਰ 에ਅਰਪੋਰਟ ਤੋਂ ਹੀ ਹੋਇਆ। ਫਿਰ ਮੈਂ ਇਹੀ ਜਰਮਨੀ ਮੇਰਾ ਰਿਸ਼ਤਾ ਹੋਇਆ, ਉੱਥੋਂ ਉਹ ਨਾ ਬਣ ਗਿਆ। ਫਿਰ ਮੇਰੀ ਵਾਈਫ ਦੇ ਨਾਲ ਜਿਹੜਾ ਮੇਰਾ ਰਿਸ਼ਤਾ ਹੋਇਆ ਇਹ ਵੀ ਹੋਇਆ, ਤੇ ਲੇਕਿਨ ਇਹਦੇ ਪੇਪਰ ਵਿਚਾਰੀ ਦੇ ਕੰਪਲੀਟ ਨਹੀਂ ਸੀ। ਫਿਰ ਮੈਂ ਇਹਨੂੰ 2-3-4 ਦਫਾ ਅਮਰੀਕਾ ਭੇਜਿਆ, ਨੈਸ਼ਨੈਲਿਟੀ ਹੋਈ। ਫਿਰ ਅਸੀਂ 2 ਬੱਚੇ ਤੇ ਮੀਆਂ ਬੀਵੀ 99 ਅਮਰੀਕਾ ਆਏ। ਅਮਰੀਕਾ ਆ ਕੇ ਵੀ ਫਿਰ $100 ਮੇਰੀ ਜੇਬ ਸੀ ਜਦੋਂ ਮੈਂ ਆਇਆ, ਤੇ $10 ਦਾ ਰਸਤੇ ਪੀਜ਼ਾ ਸੀ ਉਹਦਾ ਬੱਚੇ ਨੂੰ ਖਵਾਤਾ ਸੀ, $90 ਸਨ। ਫਿਰ ਅਸੀਂ ਇੱਥੇ ਆ ਕੇ ਉਤਰੇ, 10 ਦਿਨ ਕਿਸੇ ਦੇ ਘਰ, ਹਫਤਾ ਕਿਸੇ ਦੇ ਘਰ, ਕਰਦੇ ਕਰਦੇ ਅੱਲਾਹ ਤਾਲਾ ਕਾਫੀ ਮੁਸ਼ਕਲ ਹੋਈ ਯਾਨੀ ਕਿ। ਹਾਂਜੀ ਹਾਂਜੀ ਹਾਂਜੀ, ਉਹ ਪਤਾ ਨਹੀਂ ਅੱਲਾਹ ਨੇ ਮੈਨੂੰ ਰਗੜੇ ਚੋਂ ਕੱਢਣਾ ਸੀ, ਇਸ ਵਾਸਤੇ ਕਿ ਅੱਗੋਂ ਪਤਾ ਨਹੀਂ ਮੈਂ ਲੋਕਾਂ ਦੀ ਮਦਦ ਕਰਨੀ ਸੀ। ਉਹ ਹੁਣ ਇਹ ਹਾਲ ਹੈ ਕਿ ਪਹਿਲੇ ਤੇ $1 ਲੱਖ ਤੇ ਕਿਰਾਇਆ ਦਿੱਤਾ ਨਾ 2007 ਤੱਕ। ਮੈਂ ਪਿੱਟਾਂ ਮੈਂ ਘਰ ਲੈ ਦਿਓ, ਮੈਨੂੰ ਘਰ ਦੀ ਸਮਝ ਨਹੀਂ ਹੈਗੀ। ਉਹ ਜਨਾਬ ਕੋਈ ਘਰ ਨਾ ਮੈਨੂੰ ਲੈ ਕੇ ਦੇਵੇ। ਮੈਂ ਬੜੇ ਜਦੋਂ ਲੈ ਕੇ ਦਿੱਤਾ ਤੇ ਉਹ 30 ਤੇ ਹਾਈ ਕੀਮਤ ਸੀ, 1,70,000 ਦਾ ਘਰ ਲਿਆ ਤੇ ਅਗਲੇ ਸਾਲ ਹੋ ਗਿਆ 70,000 ਦਾ। ਲੱਖ ਕੀਮਤ ਡਿੱਗ ਗਈ ਜਦੋਂ ਉਹ ਦੁਨੀਆ ਤੇ ਜਿਹੜੀ ਹੋਈ ਹੈ, ਇਕਨੋਮੀ ਥੱਲੇ ਗਈ ਹੈ। ਉਸ ਤੋਂ ਬਾਅਦ ਫਿਰ ਕੋਸ਼ਿਸ਼ ਕੀਤੀ ਵੀ ਕੈਸ਼ ਤੇ ਮਕਾਨ ਲਈਏ। ਹੁਣ ਅਸੀਂ ਲਿਆ 95,000 ਦਾ ਕਰ ਲਿਆ, ਹੁਣ ਠੀਕ ਠਾਕ ਕੀਤਾ, ਟੁੱਟੇ ਫੁੱਟੇ ਨੂੰ ਤੇ ਤਕਰੀਬਨ $500,000 ਮਿਲ ਦਾ ਹੈਗਾ। ਅੱਛਾ ਮਲਕ ਸਾਹਿਬ, ਮੈਨੂੰ ਨਾ ਬ੍ਰੇਕ ਦਾ ਇਸ਼ਾਰਾ ਮਿਲ ਰਿਹਾ, ਇੱਕ ਬ੍ਰੇਕ ਲੈ ਲਈਏ, ਤੁਹਾਡਾ ਫਿਰ ਮਦਦਗਾਰ ਗੱਲਾਂ ਹੁੰਦੀਆਂ। ਨਾਜ਼ਰੀਨ, ਸ਼ਾਰਟ ਬ੍ਰੇਕ ਤੇ ਦੁਬਾਰਾ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਮੁਬਾਰਕ ਜਵੇਦ ਸਾਡੇ ਨਾਲ ਮਲਕ ਸਾਹਿਬ ਅਮਰੀਕਾ ਤੋਂ ਅੱਜ ਦੱਸ ਰਹੇ ਨੇ ਕਿ ਰੋਜ਼ਗਾਰ ਦੇ ਲਈ ਕਿਸ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ, ਔਰ ਉਹ ਕਹਿ ਰਹੇ ਨੇ ਕਿ ਟਰੱਕ ਡਰਾਈਵਰ ਕਾਫੀ ਅੱਛੀ ਇਨਕਮ ਉਹਨਾਂ ਦੀ ਹੁੰਦੀ ਹੈ। ਜੀ ਮਲਕ ਸਾਹਿਬ। ਜੀ ਸਰ। ਅੱਛਾ ਮੈਂ ਇਹ ਪੁੱਛਣਾ ਸੀ ਕਿ ਮਲਕ ਸਾਹਿਬ ਇੱਥੇ ਟਰੱਕ ਵੈਸੇ ਖਰੀਦਣਾ ਹੈ ਤੇ ਉਹ ਕਿੰਨੇ ਦਾ? ਹਾਂਜੀ, ਉਹ ਨਾ ਇੱਥੇ 1.5 ਲੱਖ ਦਾ ਨਵਾਂ ਮਿਲ ਜਾਂਦਾ 0 ਮੀਟਰ ਟਰੱਕ ਨਾ, ਤੇ ਡਾਊਨ ਪੇਮੈਂਟ ਲੈਂਦੇ ਨੇ 20%। ਪਹਿਲੇ 10% ਦੀ ਹੁਣ 20 ਕਰ ਦਿੱਤੀ ਹੈ, ਤਕਰੀਬਨ 20-25,000 ਰੁਪਏ ਬਣ ਜਾਂਦੇ ਨੇ। ਤੇ ਉਸ ਤੋਂ ਬਾਅਦ ਉਹ ਕਿਸ਼ਤ ਬਣ ਜਾਂਦੀ 5,000 ਰੁਪਏ, ਇੰਸ਼ੋਰੈਂਸ ਵਗੈਰਾ ਸਾਰੀ ਪਾ ਕੇ ਨਾ, ਤੇ ਕਿਉਂਕਿ ਫੁੱਲ ਇੰਸ਼ੋਰੈਂਸ ਹੁੰਦੀ ਰਹੀ, ਇਸ ਵਾਸਤੇ 5,000 ਕਿਸ਼ਤ ਹੈ। ਉਹ ਆਸਾਨੀ ਨਾਲ ਹੀ ਤੁਸੀਂ ਨਵਾਂ ਟਰੱਕ ਲੈ ਲੈਂਦੇ ਹੋ। ਸੈਕਿੰਡ ਹੈਂਡ ਜਿਹੜਾ ਉਹ 50-60,000 ਦਾ ਵੀ ਮਿਲ ਜਾਂਦਾ, ਉਸ ਤੋਂ ਥੱਲੇ 20-25 ਦਾ ਵੀ ਮਿਲ ਜਾਂਦਾ, ਲੇਕਿਨ ਉਹ ਫਿਰ ਤੰਗ ਕਰਦੇ ਨੇ ਰਸਤੇ। ਤੇ ਇਹ ਦੱਸੋ ਕਿ ਇਹ ਲਾਇਸੈਂਸ ਕਿੰਨੇ ਕੁ ਪੈਸੇ ਲੱਗ ਜਾਂਦੇ ਜਿਹੜਾ ਇਹ ਕੋਰਸ ਟਰੱਕ ਡਰਾਈਵਰ ਦਾ? ਇਹ ਗੋਰਿਆਂ ਦਾ ਤਾਂ 6-7 ਹਜ਼ਾਰ ਦੀ ਫੀਸ ਹੈ, ਤੇ ਜਿਹੜਾ ਹੈ ਨਾ ਸਾਡਾ ਦੇਸੀ ਸਕੂਲ ਯਾਨੀ ਸਰਦਾਰਾਂ ਨੇ ਬਣਾਏ ਨੇ ਕੈਲੀਫੋਰਨੀਆ, ਉੱਥੇ ਮੈਂ ਤਾਂ ਜਦੋਂ ਲਿਆ ਸੀ 2003 ਚ, ਉਦੋਂ 800 ਰੁਪਏ ਫੀਸ ਸੀ। ਰੋਟੀ ਤੇ ਰਿਹਾਇਸ਼ ਨਾਲ ਦਿੰਦੇ ਸਨ, ਮਹੀਨੇ ਚ ਉਹ ਗਰੰਟੀ ਆਉਂਦੀ ਦਵਾ ਦਿੰਦੇ ਨੇ। ਬਸ ਮੈਂ ਤੇ 2-3 ਦਫਾ ਫੇਲ ਵੀ ਹੋਇਆ ਸਾਂ। ਤੇ ਉਸ ਤੋਂ ਬਾਅਦ ਜਿਹੜਾ ਨਾ ਹੁਣ ਅੱਜ ਕੱਲ੍ਹ 2,000 ਲੈਂਦੇ ਨੇ, ਉਸੇ ਤਰ੍ਹਾਂ ਹੀ ਉਹ ਪਾਸ ਹੋ ਜਾਂਦਾ ਤੁਹਾਡਾ, ਬਕਾਇਦਾ ਤਿਆਰੀ ਕਰਵਾਉਂਦੇ ਨੇ, ਮਿਹਨਤ ਕਰਵਾਉਂਦੇ। ਅੱਛਾ ਮਲਕ ਸਾਹਿਬ, ਕਮਜ਼ੋਰ ਹੋਵੇ ਜੀ ਇੰਗਲਿਸ਼ ਕਮਜ਼ੋਰ ਹੋਏ ਤੇ ਉਹ ਵੀ ਸਿਖਾ ਦਿੰਦੇ ਨੇ, ਤਾਂ ਵੀ ਪੰਜਾਬੀ ਦੇ ਵਿੱਚ ਨਾ ਤੁਹਾਨੂੰ ਦੱਸ ਦੇਣਗੇ, ਥਿਊਰੀ ਵਗੈਰਾ ਹੈਲਪ ਕਰ ਦਿੰਦੇ ਆਪਣੀ ਜ਼ੁਬਾਨ 'ਚ ਨਾ। ਅੱਛਾ ਮਲਕ ਸਾਹਿਬ, ਤੁਹਾਡਾ ਖਿਆਲ ਹੈ ਕਿ ਜਿਹੜੇ ਲੋਕ ਵੀ ਅਮਰੀਕਾ ਦੇ ਵਿੱਚ ਬੇਰੋਜ਼ਗਾਰ ਨੇ ਉਹਨਾਂ ਨੂੰ ਇਹ ਟਰੱਕ ਡਰਾਈਵਰ ਬਣਨਾ ਚਾਹੀਦਾ ਤਾਂ ਕਿ ਅੱਛੇ ਪੈਸੇ ਬਣਾ ਕੇ ਅੱਛੀ ਜ਼ਿੰਦਗੀ ਗੁਜ਼ਾਰ ਸਕਣ? ਜੀ 50,000 ਬੰਦਾ ਇਹਨਾਂ ਨੂੰ ਹਰ ਸਾਲ ਚਾਹੀਦਾ ਹੁੰਦਾ, ਬਾਰ ਐਲਾਨ ਕਰਦੇ ਨੇ, ਕਿਉਂਕਿ ਟਰੱਕ ਦੇ ਵਿੱਚ ਨਾ 3-4 ਸਾਲ ਤੋਂ ਤੁਸੀਂ ਜ਼ਿਆਦਾ ਟਰੱਕ ਨਹੀਂ ਚਲਾ ਸਕਦੇ। ਪ੍ਰੋਸਟੇਟ ਹੋ ਜਾਂਦਾ, ਨਹੀਂ ਹੋ ਜਾਂਦਾ, ਬਹਿ ਕੇ ਨਾ ਪਿਸ਼ਾਬ ਨੂੰ ਰੋਕ ਕੇ। ਇਸ ਵਾਸਤੇ ਬੰਦੇ ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ। ਇਸ ਵਾਸਤੇ ਇਹ ਮੁਸਤਕਲ ਜਾਬ ਹੈ। ਕੋਈ ਇੱਥੇ ਯਾਨੀ ਹਜ਼ਾਰਾਂ ਕੰਪਨੀਆਂ ਨੇ ਜਿਹੜੀਆਂ ਮਿਹਨਤਾਂ ਕਰਦੀਆਂ ਨੇ ਕਿ ਆਓ, ਨਾਲ ਐਡਵਾਂਸ ਉਹ 5,000 ਰੁਪਇਆ ਦੇਣਗੇ, ਬੋਨਸ ਕਹਿੰਦੇ ਨੇ ਅਸੀਂ ਤੁਹਾਨੂੰ ਪਹਿਲੇ ਦਿਆਂਗੇ, ਸਾਡਾ ਮੁਆਇਦਾ ਕਰੋ। ਅੱਛਾ ਕੀ ਹੋ ਜਾਂਦਾ ਦੱਸਿਆ ਤੁਸੀਂ ਕਿ ਟਰੱਕ ਚਲਾ ਕੇ ਕੀ ਹੋ ਜਾਂਦਾ, ਸਮਝ ਨਹੀਂ ਆਈ ਕਿ ਮੈਨੂੰ। ਅਗਰ ਤੁਸੀਂ ਬੈਠੇ ਰਹੋ ਨਾ, ਪਿਸ਼ਾਬ ਨਾ ਕਰੋ, ਤਾਂ ਪ੍ਰੋਸਟੇਟ ਹੰਨੀਆਂ ਹੋ ਜਾਂਦਾ, ਸ਼ੂਗਰ ਹੋ ਜਾਂਦੀ ਨਾ, ਤੁਸੀਂ ਚੱਲਦੇ ਨਹੀਂ 12-12 ਘੰਟੇ। ਲੇਕਿਨ ਮਲਕ ਸਾਹਿਬ ਉਹ ਰਸਤੇ 'ਚ ਤੇ ਜ਼ਾਹਰ ਹੈ ਹਰ ਜਗ੍ਹਾ ਤੇ ਸਹੂਲਤ ਹੈ ਵਾ, ਅਮਰੀਕਾ ਵਾ, ਉਹ ਕਿਹੜਾ ਕੋਈ ਐਸਾ ਮਸਲਾ ਉੱਥੇ ਨਹੀਂ, ਸਭ ਕੁਝ ਹੈ। ਲੇਕਿਨ ਮੈਂ ਕਿਹਾ ਹੋ ਜਾਂਦਾ ਨਾ, ਉਹ ਲੋਕ ਤੋਂ ਸਾਡੇ ਜਿਹੜੇ ਟਰੱਕਾਂ ਦੇ ਅੱਡੇ ਬਣੇ ਨੇ ਉੱਥੇ ਤੇ ਹਰ ਚੀਜ਼ ਉਂਝ ਲੱਗਦਾ ਜਿਵੇਂ ਇੱਕ ਜਹਾਨ ਚ ਆਈ ਗਏ। ਵਰਜਿਸ਼ ਦੀਆਂ, ਹੋਟਲਾਂ ਦੀਆਂ, ਖਾਣ ਪੀਣ ਦੀਆਂ ਸਾਰੀਆਂ ਸਹੂਲਤਾਂ ਨੇ, ਲਾਂਡਰੀਆਂ ਨੇ। ਕਈ ਬੰਦੇ ਤੇ ਘਰ ਹੈ ਹੀ ਨਹੀਂ, ਉਹ ਤੇ ਟਰੱਕ ਦੇ ਵਿੱਚ ਕਿਸੇ ਬੈੱਡ ਤੇ ਕਮਰਾ ਬਣਿਆ ਹੁੰਦਾ, ਅੱਗੇ ਡਰਾਈਵਰ ਹੁੰਦਾ, ਉਹ ਤੇ ਜ਼ਿੰਦਗੀ ਵਿੱਚ ਗੁਜ਼ਾਰ ਦਿੰਦੇ ਨੇ। ਤੇ ਟਰੱਕਾਂ ਦੇ ਅੱਡਿਆਂ ਦੇ ਉੱਤੇ ਹੀ ਉਹ ਜਿਹੜਾ ਲੱਖਾਂ ਮਤਲਬ ਹਜ਼ਾਰਾਂ ਲੱਖਾਂ ਟਰੱਕ ਖੜੇ ਹੁੰਦੇ ਨੇ, ਜਗ੍ਹਾ ਵੀ ਹੁੰਦੀ ਸਾਨੂੰ ਖਿਲਾਰਨ ਦੀ। ਅੰਦਰ ਜਾ ਕੇ ਤੁਸੀਂ ਟੀਵੀ ਵੇਖੋ, ਜੋ ਮਤਲਬ ਘਰ ਦਾ ਹੀ ਮਾਹੌਲ ਹੁੰਦਾ ਹੈ। ਲੋਕਾਂ ਨੇ ਆਪਣੀ ਬੀਵੀਆਂ ਨਾਲ ਰੱਖੀਆਂ ਹੁੰਦੀਆਂ ਨੇ ਜਿਹੜੇ ਗੋਰੇ ਹੁੰਦੇ ਨੇ। ਸਹੀ ਹੈ ਫਿਰ ਤੇ ਮਲਕ ਸਾਹਿਬ ਅੱਗੋਂ ਕੀ ਪ੍ਰੋਗਰਾਮ ਹੁਣ ਆਪਣਾ ਟਰੱਕ ਸ਼ਰਕ ਲੈਣ ਦਾ? ਹਾਂਜੀ, ਮੈਂ ਤੇ ਹੁਣ ਚਲਾ ਨਹੀਂ ਸਕਦਾ ਕਿਸੇ ਦਾ ਟਰੱਕ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਟਰੱਕ ਚਲਾਉਂਦੇ ਹੋ ਨਾ, ਉਹ ਕਹਿੰਦਾ ਇੱਕ ਕਿਸ ਤੇ ਪੈਸੇ ਨਿਕਲਣੇ ਚਾਹੀਦੇ ਨੇ, ਇੱਕ ਮਾਲਕ ਦੇ ਪੈਸੇ ਤੇ ਇੱਕ ਤੁਹਾਡੇ ਪੈਸੇ। ਉਹਦੇ ਵਾਸਤੇ ਤੁਹਾਨੂੰ 500 ਤੋਂ 600 ਮੀਲ ਰੋਜ਼ਾਨਾ ਚਲਾਉਣਾ। ਤੇ ਉਹ ਫਿਰ ਉਮਰ ਦੇ ਨਾਲ ਨਹੀਂ ਚੱਲਦਾ। ਮੇਰੇ ਕੋਲ ਅੱਜ ਤੋਂ 350-400 ਮੀਲ ਤੋਂ ਜ਼ਿਆਦਾ ਨਹੀਂ ਚੱਲਦਾ, ਯਾਨੀ ਦਿਨ ਦੇ ਵਿੱਚ ਨਾ ਐਵਰੇਜ ਜਿਹੜੀ ਮੇਰੀ ਹੈਗੀ।
ਉਹਦੇ ਵਾਸਤੇ ਫਿਰ ਇਹ ਕਿ ਤੁਸੀਂ ਆਪਣਾ ਟਰੱਕ ਲਵੋ, ਆਪਣੀ ਮਰਜ਼ੀ ਨਾਲ ਚਲਾਓ, ਥੋੜਾ ਵੀ ਚਲਾਓਗੇ ਤਾਂ ਵੀ ਤੁਹਾਡੇ ਪੈਸੇ ਆ ਜਾਣਗੇ। ਤੇ ਫਿਰ ਉਹ ਇਹ ਹੈ ਕਿ ਦੂਸਰਾ ਇਹ ਕਿਸ ਤਰ੍ਹਾਂ ਨਾਲ ਲਓ, ਕੈਸ਼ ਵਾਲਾ ਲਵੋ, ਉਹ ਕੈਸ਼ ਵਾਲਾ ਫਿਕਰ ਨਾ ਹੋਵੇ ਤੁਹਾਨੂੰ। ਜਿਹਦੇ ਕੋਲ ਪੈਸੇ ਉਹ ਨਹੀਂ 20-25 ਮਿਲ ਜਾਂਦੇ ਨੇ, ਹੋ ਜਾਂਦਾ ਕੋਈ ਨਹੀਂ। ਜਿਹੜਾ ਤੁਸੀਂ 8-8 ਮਹੀਨੇ ਇੱਥੇ ਲੋਕਾਂ ਨੇ ਟਰੱਕ ਚਲਾ ਕੇ ਨਾ, ਜਿਹੜਾ ਸ੍ਰੀਲੰਕਾ ਤਾਈਲੈਂਡ ਤੋਂ ਆਏ ਨੇ ਸਾਡੇ ਜਮਾਤ ਦੇ ਤਾਲੀਮ ਵਾਲੇ, 8 ਮਹੀਨੇ ਤੋਂ ਬਾਅਦ ਉਹਨਾਂ ਨੇ ਟਰੱਕ ਲਿਆ ਹੋਇਆ। ਯਾਨੀ ਦੇਖੋ ਨਾ 5000 ਨੂੰ 8 ਨਾਲ ਜ਼ਰਬ ਦਿਓ, 40000 ਨਾ ਬਣਿਆ। ਤੇ ਮਲਿਕ ਸਾਹਿਬ ਇਹਦੇ ਇਲਾਵਾ ਕੀ ਉੱਥੇ ਹੋਰ ਬੰਦਾ ਕਰੇ ਜਿਹਦੇ ਨਾਲ ਤਰੱਕੀ ਕਰ ਸਕਦਾ ਹੋਏ? ਉਹਦੇ ਨਾਲ ਇਹ ਵੀ ਕਿ ਪਹਿਲੇ ਤੇ ਆ ਕੇ ਇਹੀ ਕੰਮ ਕਰੇ ਨਾ, ਟੈਕਸੀ ਜਾਂ ਟਰੱਕ, ਦੋ ਚੀਜ਼ਾਂ ਤੋਂ ਬਾਅਦ ਆ ਜਾਂਦਾ। ਫਿਰ ਰਿਪੇਅਰਿੰਗ ਦਾ ਕੰਮ ਆ ਜਾਂਦਾ। ਜਿਹਨੇ ਮਕਾਨ ਦੀ ਲੋਕੀ ਦੋ ਤਰ੍ਹਾਂ ਦੇ ਨੇ, ਪੂਰੇ ਘਰ ਦੀ ਮੁਰੰਮਤ, ਇੱਕ ਹੈਗੀ ਬਾਥਰੂਮ ਤੇ ਸਿਰਫ ਬਰਕੀ ਖਾਨੇ ਦੀ ਮੁਰੰਮਤ। ਉਹਦੀ ਲੋਕੀ ਪਏ ਨੇ, ਲੱਖਾਂ ਕਰੋੜਾਂ ਰੁਪਏ ਕਮਾ ਰਹੇ ਨੇ ਉਹ ਬੰਦੇ। ਸਾਡੇ ਅਹਿਮਦੀ ਗਰਮ ਦੀ ਸਿੱਖ ਬਹੁਤ ਨੇ। ਯਾਨੀ ਇਹਨੂੰ ਕਹਿੰਦੇ ਅੱਜ ਕੱਲ੍ਹ ਯਾਨੀ ਮਾਰਚ ਤੋਂ ਸ਼ੁਰੂ ਹੋ ਜਾਂਦਾ ਕੰਮ, ਸਰਦੀਆਂ 'ਚ ਬੰਦ ਹੁੰਦਾ ਕਿ ਲੋਕੀ ਨਹੀਂ ਕਰਵਾਉਂਦੇ। ਮਾਰਚ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਲੋਕਾਂ ਨੇ ਛੱਤਾਂ ਦੇ ਉੱਤੇ ਨੇ ਉਹ ਲਵਾਉਣੀ ਹੁੰਦੀ ਪਲਾਸਟਿਕ ਦੀ, ਜਿਹੜੀ ਜਿਹਨੂੰ ਪਤਾ ਨਹੀਂ ਕੀ ਕਹਿੰਦੇ। ਮੈਂ ਹੁਣ ਕੱਲ ਪਰਸੋਂ ਬਾਹਰ ਵਾਲੇ ਕਮਰੇ ਨੂੰ ਆਪ ਹੀ ਕੀਤਾ ਠੀਕ, 2-3 ਬੰਦੇ ਲੈ ਕੇ। ਤੇ ਉਹ ਮੈਨੂੰ ਨਾਮ ਨਹੀਂ ਅੰਗਰੇਜ਼ੀ 'ਚ ਆ ਰਿਹਾ ਸਹੀ ਤਰ੍ਹਾਂ ਦਾ, ਉਹ ਲਾਣਾ ਹੁੰਦਾ। ਹਾਂਜੀ, ਉਹਦੀ ਬੜਾ ਪੈਸਾ ਉਹਦੇ 'ਚ। ਉਹ ਇੱਕ ਦਿਨ ਦੇ ਵਿੱਚ ਪੂਰੀ ਛੱਤ ਜਿਹੜੀ ਹੈ ਉਹ ਲਾ ਕੇ ਹੋ ਜਾਂਦੇ ਨੇ। ਸ਼ੀਟ ਜਾਂ ਪਲਾਸਟਿਕ ਦੀ ਹੁੰਦੀ ਹੈ, ਉਹ ਲੁੱਕ ਦੀ ਬਣੀ ਹੁੰਦੀ। ਲੱਗ ਗਿਆ ਪਤਾ, ਠੀਕ ਹੈ। ਅੱਛਾ ਮਲਿਕ ਸਾਹਿਬ, ਨਾਜ਼ਰੀਨ ਨੂੰ ਹੀ ਪਤਾ ਲੱਗ ਗਿਆ, ਜਿਹਨੇ ਉਹ ਲਾਣੀ ਹੈ ਇਹਨੂੰ ਸਮਝ ਆ ਜਾਏਗੀ। ਲੇਕਿਨ ਇੱਕ ਚੀਜ਼ ਦੱਸੋ ਮੈਨੂੰ ਕਿ ਅਮਰੀਕਾ ਦੀ ਜ਼ਿੰਦਗੀ ਵੈਸੇ ਮਜ਼ੇ ਦੀ ਹੈ? ਦੇਖੋ ਜੀ, ਬਹੁਤ ਹੀ ਮਜ਼ੇ ਦੀ ਹੈ। ਦੁਨੀਆ ਦਾ ਕੋਈ ਐਡਾ ਵੱਡਾ ਮੁਲਕ ਨਹੀਂ ਹੈਗਾ ਕੈਨੇਡਾ ਅਮਰੀਕਾ ਦੇ ਵਿੱਚ। ਤੁਸੀਂ ਆਉਂਦੇ ਹੋ ਨਾ ਤੇ ਤੁਸੀਂ ਇਲੀਗਲ ਵੀ ਇੱਥੇ ਪੁੱਛਦੇ ਨਹੀਂ ਹੈਗੇ ਕੀ ਹੈ। ਤੁਹਾਨੂੰ ਮਜ਼ਦੂਰੀ ਮਿਲੇਗੀ, ਪੈਸਾ ਮਿਲੇਗਾ ਜੇ ਤੁਸੀਂ ਕੰਮ ਕਰਦੇ ਹੋ ਤੇ ਜੇ ਤੁਸੀਂ ਕਹਿੰਦੇ ਹੋ ਨਹੀਂ ਮੈਂ ਕੰਮ ਨਹੀਂ ਕਰਨਾ, ਫਿਰ ਇੱਥੋਂ ਲੋਕੀ, ਮੈਂ ਆਪਣੀ ਅੱਖਾਂ ਨਾਲ ਦੇਖਿਆ, ਮੈਂ ਕੈਨੇਡਾ ਹੀ ਕਹਿੰਦੇ ਉੱਥੇ 500 ਰੁਪਏ ਗਵਰਨਮੈਂਟ ਕੋ ਖਾ ਰਹੇ ਨੇ। ਜੇ ਇੱਥੋਂ ਕੈਨੇਡਾ ਤੋਂ ਭੱਜ ਕੇ ਬੰਦਾ ਜਰਮਨੀ ਚਲਾ ਗਿਆ, ਉਹ ਤੇ ਜਿਹਨੇ ਨਹੀਂ ਕਰਨਾ ਤੇ ਉਹਦੇ ਵਾਸਤੇ ਤਾਂ ਹਰ ਜਗ੍ਹਾ ਹੀ ਬੁਰੀ ਹੈ। ਜਿਹਨੇ ਕਰਨਾ ਹੈ ਉਹਦੇ ਵਾਸਤੇ ਹਰ ਜਗ੍ਹਾ ਵੀ ਅੱਛੀ ਹੈ। ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਦੌਲਤ ਹੈ ਨਾ ਅਮਰੀਕਾ 'ਚ ਹੈਗੀ। ਮਸਲਨ ਮਿਸਾਲ ਦੇ ਰਹੇ ਹਾਂ ਕਿ ਪਾਕਿਸਤਾਨ ਦਾ ਇੱਥੇ ਤਾਂ 1 ਰੁਪਏ ਕਮਾਓਗੇ, ਪਾਕਿਸਤਾਨ 150 ਰੁਪਏ ਬਣ ਜਾਏਗਾ। ਅੱਛਾ ਮਲਿਕ ਸਾਹਿਬ, ਇਹ ਪਤਾ ਸਭ ਨੂੰ ਜ਼ਰਬ ਦੇ ਲੈਂਦੇ ਨੇ ਲੋਕੀ, ਆਉਂਦੇ ਆ ਸਭ ਤੋਂ ਪਹਿਲੇ ਜ਼ਰਬ ਹੀ ਦੇ ਦਿੰਦੇ ਨੇ। ਮੈਂ ਵੀ ਦੇਖਿਆ ਜਿਹੜੀ ਗੱਲ ਤੁਸੀਂ ਕਹੀ ਨਾ ਕੈਨੇਡਾ ਦੀ, ਮੈਂ ਵੀ 94 'ਚ ਗਿਆ ਸੀ ਕੈਨੇਡਾ। ਜਿੰਨੀਆਂ ਬੈਂਕਾਂ ਦੇ ਬਾਹਰ ਯਕਮ ਤਰੀਕ ਨੂੰ ਲੈਣਾ ਮੈਂ ਦੇਖੀਆਂ, ਉੱਥੇ ਮੈਂ ਕਿਸੇ ਮੁਲਕ 'ਚ ਨਹੀਂ ਦੇਖੀਆਂ ਉਦੋਂ। ਉਹ ਸਾਰੇ ਬੈਨੀਫਿਟ ਲੈਣ ਵਾਲੇ। ਇਹ 94 ਦੀ ਗੱਲ ਹੈ। ਅੱਛਾ ਮਲਿਕ ਸਾਹਿਬ, ਇਹਦੇ ਇਲਾਵਾ ਕੋਈ ਸਾਡੇ ਨਾਜ਼ਰੀਨ ਨੂੰ ਮਸ਼ਵਰਾ ਦਿਓ ਹੋਰ ਇਹਦੇ ਇਲਾਵਾ? ਹਾਂਜੀ, ਉਹ ਮੇਰਾ ਮਸ਼ਵਰਾ ਹੈ ਖੁਦਾ ਦੇ ਵਾਸਤੇ, ਜਿਹੜੇ ਬੰਦੇ ਆਉਣਾ ਚਾਹੁੰਦੇ ਨਾ ਬਾਹਰ ਦੇ ਮੁਲਕਾਂ 'ਚ, ਉਹ ਜਿਹੜੇ ਬੰਦੇ ਟਿਕਟਿੰਗ ਵੇਚਦੇ ਨੇ ਏਅਰਲਾਈਨਾਂ ਵਾਲੇ ਜਾਂ ਵੀਜ਼ੇ ਚਲਾਉਂਦੇ ਨੇ, ਉਹਨਾਂ ਨੂੰ ਮਿਨੀਮਮ ਮਿਲਦੇ ਰਹਿਣ। ਉਹਨਾਂ ਕੋਲ ਪੁੱਛਣ ਯਾਰ ਕਿਵੇਂ ਬਾਹਰ ਜਾਣਾ, ਕਿੰਨੇ ਪੈਸੇ ਨੇ, ਕੀ ਤੁਹਾਨੂੰ ਉਹਨਾਂ ਕੋਲੋਂ ਖੁਦ ਹੀ ਪਤਾ ਲੱਗ ਜਾਏਗਾ ਬਈ ਦੁਬਈ ਜਾਈਦਾ। ਕਈ ਐਮਬੈਸੀਆਂ ਦੁਬਈ 'ਚ ਨੇ, ਸਾਊਥ ਅਮਰੀਕਾ ਦੀਆਂ, ਕਿਸੇ ਹੋਰ ਮੁਲਕਾਂ ਦੀਆਂ। ਇੱਕ ਤੇ ਇਹ ਕਿ ਉਹ ਇੱਕ ਬੰਦਾ ਗੁਜਰਾਂ ਖਾਰੀਆਂ ਨੇ ਦਾ ਮੁੰਡਾ। ਅੱਛਾ ਗੱਲ ਸੁਣੋ ਮਲਿਕ ਸਾਹਿਬ, ਉਹ ਆਪ ਹੀ ਪਤਾ ਕਰ ਲੈਣਗੇ ਕਿਸ ਤਰ੍ਹਾਂ ਆਣਾ ਵਾ, ਲੇਕਿਨ ਲੀਗਲ ਆਣ, ਵੀਜ਼ਾ ਲੈ ਕੇ ਆਣ, ਇਹ ਕਹਿਣਾ ਚਾਹ ਰਹੇ। ਵੀਜ਼ਾ ਲੈ ਕੇ ਆਣ, ਦੂਸਰਾ ਆਂਦੇ ਸਾਰੀ ਕੰਮ ਤੇ ਜੁਟ ਜਾਣ। ਤੇ ਕੰਮ ਦੀ ਕਮੀ ਕੋਈ ਨਹੀਂ, ਪੜ੍ਹੇ ਲਿਖਿਆਂ ਦੀ ਕੰਮ ਦੀ ਹੈ ਕਮੀ। ਲੇਕਿਨ ਜਿਹੜਾ ਮਜ਼ਦੂਰ ਤਬਕਾ ਨਾ, ਜਿਹਨੂੰ $8 ਤੋਂ $12 ਤੇ $20 ਤੱਕ ਦਾ ਮਜ਼ਦੂਰ ਹੈ ਘੰਟੇ ਦਾ, ਉਹਦੀ ਕਮੀ ਕੋਈ ਨਹੀਂ। ਕੰਮ ਕਰਨ ਦੀ, ਅੰਦਰ ਬਾਹਰ ਦਾ ਕੰਮ ਤੁਹਾਨੂੰ ਮਿਲ ਜਾਏਗਾ। ਮਲਿਕ ਸਾਹਿਬ, ਸਭ ਤੋਂ ਵੱਡੀ ਚੀਜ਼ ਇਹ ਹੈ ਇੱਥੇ, ਮੈਂ ਵੀ ਇੱਕ ਚੀਜ਼ ਆਪਣੇ ਨਾਜ਼ਰੀਨ ਨੂੰ ਦੱਸਾਂ। ਮਲਿਕ ਸਾਹਿਬ ਖੁੱਲ੍ਹ ਕੇ ਗੱਲ ਇਹ ਕਰਨੀ ਚਾਹ ਰਹੇ ਸੀ ਕਿ ਲੋਕਾਂ ਕੋਲ ਪੁੱਛਦੇ ਰਹਿਣ, ਲੇਕਿਨ ਕਿਸੇ ਦੀਆਂ ਗੱਲਾਂ 'ਚ ਨਾ ਆਉਣ, ਵੀਜ਼ਾ ਅੰਬੈਸੀ 'ਚੋਂ ਹੀ ਲੈਣ ਔਰ ਲੀਗਲ ਤਰੀਕੇ ਨਾਲ ਲਾਉਣ। ਬੇਸ਼ੁਮਾਰ ਲੋਕਾਂ ਨਾਲ ਐਸੇ ਵਾਕਿਆਤ ਹੁੰਦੇ ਨੇ ਜਿਹੜੇ ਬਾਅਦ 'ਚੋਂ ਮਸਾਇਲ ਬਣਦੇ ਨੇ। ਅੱਛਾ ਬੜੇ ਹਾਂਜੀ। ਅੱਛਾ ਤੇ ਮਲਿਕ ਸਾਹਿਬ, ਉਹ ਤੇ ਚਲੋ ਮਜ਼ਦੂਰੀ ਕਰਨਗੇ ਆ ਕੇ, ਤੇ ਤੁਹਾਡਾ ਬਹੁਤ ਸ਼ੁਕਰੀਆ। ਕੋਈ ਹੋਰ ਪੈਗਾਮ ਦੇਣਾ ਉਹ ਤੋਂ ਦੇ ਸਕਦੇ ਤੁਸੀਂ ਨਾਜ਼ਰੀਨ ਨੂੰ? ਟਾਈਮ ਖਤਮ ਹੋ ਰਿਹਾ। ਬਸ ਇਹੀ ਮੇਰੀ ਦਰਖਾਸਤ ਹੈ ਕਿ ਜਿੰਨੇ ਕਿਸੇ ਨੇ ਮਸ਼ਵਰਾ ਕਰਨਾ, ਇੱਥੇ ਰਹਿੰਦੇ ਨੇ ਬਾਹਰ ਵਾਲੇ, ਟਰੱਕ ਦਾ ਜਾਂ ਨੌਕਰੀ ਦਾ ਜਾਂ ਕਿਸੇ ਹੋਰ ਚੀਜ਼ ਦਾ, ਉਹ ਮੈਂ ਕੋਈ ਕੰਮ ਨਹੀਂ ਛੱਡਿਆ। ਜਦੋਂ ਮੈਂ ਲਿਸਟ ਬਣਾ ਰਹੀ ਸੀ, ਤਕਰੀਬਨ ਮੈਂ ਇੱਥੇ ਕੋਈ 100 ਦੇ ਕਰੀਬ, 50 ਤੋਂ ਲੈ ਕੇ 100 ਕੰਮ ਕੀਤੇ ਨੇ। ਮਸਲਾਂ ਕਲੀਨਿੰਗ ਵੀ ਕੀਤੀ, ਨਰਸਿੰਗ ਹੋਮ 'ਚ, ਹੋਰ ਕੋਈ ਕੰਮ ਨਹੀਂ ਇੱਥੇ ਛੱਡਿਆ। ਉਹਦੇ ਵਿੱਚ ਸਾਡਾ ਪਤਾ ਹੈ ਕਿ ਕਿਹੜੇ ਕੰਮ 'ਚ ਪੈਸਾ ਹੈ ਤੇ ਕਿਹਦੇ 'ਚ ਨਹੀਂ ਹੈ, ਤੇ ਕਿਹਦੇ 'ਚ ਬੈਨੀਫਿਟ ਨੇ ਤੇ ਕਿਹਦੇ 'ਚ ਨਹੀਂ ਹੈ। ਉਹ ਮਸ਼ਵਰਾ ਕਰ ਸਕਦੇ ਨੇ ਹਰ ਤਰ੍ਹਾਂ ਦਾ। ਉਹਨਾਂ ਨੂੰ ਐਸਾ ਮਸ਼ਵਰਾ ਦੇਵਾਂਗੇ ਕਿ ਕੋਈ ਉਹਨਾਂ ਦਾ ਸਗਾ ਭਾਈ ਵੀ ਨਹੀਂ ਦੇ ਸਕੇਗਾ। ਕਿਉਂ? ਮੇਰੇ ਦਿਲੀ ਲਾਲਚ ਹੀ ਨਹੀਂ ਹੈਗੀ ਜੀ, ਅਗਲੇ ਨੂੰ ਫਾਇਦਾ ਪਹੁੰਚੇ ਉਹਦਾ। ਅੱਛਾ ਨਾਜ਼ਰੀਨ, ਅਗਰ ਤੁਸੀਂ ਹੋਰ ਕੋਈ ਮਸ਼ਵਰਾ ਲੈਣਾ ਹੈ, ਸਾਡਾ ਵੀ ਨੰਬਰ ਤੁਹਾਨੂੰ ਸਕਰੀਨ ਤੇ ਨਜ਼ਰ ਆਏਗਾ। ਤੁਸੀਂ ਸਾਨੂੰ ਮੈਸੇਜ ਕਰੋ, ਅਸੀਂ ਤੁਹਾਡਾ ਰਾਬਤਾ ਮਲਿਕ ਸਾਹਿਬ ਨਾਲ ਕਰਵਾ ਦੇਵਾਂਗੇ, ਕਿਉਂਕਿ ਇੰਜ ਪ੍ਰਾਈਵੇਟ ਨੰਬਰ ਮਲਿਕ ਸਾਹਿਬ ਦਾ ਦੇਣਾ ਠੀਕ ਨਹੀਂ ਹੈ। ਤੇ ਮਲਿਕ ਸਾਹਿਬ ਕਿੰਨੀ ਉਮਰ ਹੋ ਗਈ ਇੱਥੇ ਮਾਸ਼ਾਅੱਲਾ ਹੁਣ? ਮੇਰੀ ਜੀ ਵੈਸੇ 59 ਮੁਕੰਮਲ ਹੈ। ਤੇ ਪੈਨਸ਼ਨ ਤੇ ਕਿਦੋਂ ਜਾਂਦਾ ਇੱਥੇ ਅਮਰੀਕਾ ਬੰਦਾ? ਕਿੰਨੇ ਸਾਲਾਂ ਦਾ? ਜੀ
ਮੈਂ ਕਿਹਾ ਪੈਨਸ਼ਨ ਕਿਦੋਂ ਸ਼ੁਰੂ ਹੋਣੀ ਹੈ? 65 ਸਾਲ ਦੇ ਵਿੱਚ ਨਾ ਇਹ ਤੁਹਾਨੂੰ ਸੋਸ਼ਲ ਸਿਕਿਉਰਿਟੀ ਦੇਣ ਲੱਗ ਤੇ ਜਾਂਦੇ ਬੱਚੇ ਨੇ। ਬੁੱਚੇ ਪੜ੍ਹਾਏ ਕੋਈ ਇੱਥੇ? ਜੀ ਮੇਰਾ ਬੇਟਾ ਇੱਕ ਨਿਊਰੋਸਰਜਨ ਬੰਦਾ ਪਿਆ 5ਵੇਂ ਸਾਲ ਦੀ, ਤਾਂ ਬੇਟੀ ਡੈਂਟਿਸਟ ਬੰਦੀ ਪਈ ਹੈ ਤੀਸਰੇ ਸਾਲ ਵਿੱਚ ਹੈਗੀ। ਅੱਛਾ ਮਾਸ਼ਾਅੱਲਾ ਜ਼ਬਰਦਸਤ ਨੇ ਡੈਂਟਿਸਟ। ਇੱਥੇ ਜਰਮਨੀ 'ਚ ਵੀ ਮੈਂ ਗਿਆ ਆਪਣਾ, ਇੱਕ ਦੇ ਮੇਰੇ ਕੋਈ ਦਾੜ 'ਚ ਪ੍ਰੋਬਲਮ ਸੀ, ਉਹ ਨਵੀਂ ਦਾੜ ਉਹਨੇ ਲਾ ਕੇ ਦਿੱਤੀ, 1900 ਯੂਰੋ ਲਿਆ। ਬੜਾ ਪੈਸਾ ਬੜੀ ਹੈ ਅੱਛਾ। ਐਗਜ਼ੈਕਟਲੀ ਅਮਰੀਕਾ 'ਚ ਵੀ ਇਹੀ ਹਾਲ ਹੈ। ਇਹ ਜਿਹੜਾ ਪੇਚਾਂ ਦਾ ਦੰਦ ਹੈ ਉਹ 3000 ਦਾ ਲੱਗਦਾ ਹੈ, ਪਹਿਲੇ 4000 ਦਾ ਸੀ, ਹੁਣ 3 ਹੋ ਗਿਆ। ਤੇ ਪਾਕਿਸਤਾਨ ਉਹ ਜਿਹੜਾ ਮੇਰਾ ਦੱਸਣ ਡਿਆ, ਉਹ ਸਾਈਕਲ ਦੇ ਉੱਤੇ ਆਂਦਾ ਡੈਂਟਿਸਟ, ਤੇ ਕਹਿੰਦਾ ਮੈਂ 360 ਯੂਰੋ 1 ਘੰਟੇ ਦੇ ਲੈਣਾ, ਤੇ 45 ਮਿੰਟ ਦਾ ਘੰਟਾ ਹੁੰਦਾ ਜੀ। ਤੇ ਉਹ ਮੈਂ ਕਿਆ ਲਵਾ ਹੀ ਲੋ 2 ਦਾੜਾ ਇਹਦੇ ਕੋਲ, ਇਹਦੀ ਕੀ ਯਾਦ ਕਰੇਗਾ। ਤੇ ਮਲਕ ਸਾਹਿਬ ਬਹੁਤ ਸ਼ੁਕਰੀਆ, ਤੁਸੀਂ 9 ਬ੍ਰਦਰਜ਼ ਟੀਵੀ ਨੂੰ ਟਾਈਮ ਦਿੱਤਾ, ਸਾਡੇ ਚੈਨਲ ਦੇਖਦੇ ਰਹੋ। ਦੋਸਤੋ ਤੁਸੀਂ ਵੀ ਅਗਰ ਕੋਈ ਇਨਫੋਰਮੇਸ਼ਨ ਦੇਣੀ ਚਾਹੋ, ਜਿਸ ਤਰ੍ਹਾਂ ਮਲਕ ਸਾਹਿਬ ਨੇ ਦੱਸਿਆ ਕਿ ਅਮਰੀਕਾ ਚਾਹੋ ਤੇ ਟਰੱਕ ਡਰਾਈਵਰ, ਅੱਛਾ ਕੈਨੇਡਾ 'ਚ ਵੀ ਸੇਮ ਇੰਜ ਹੀ ਹੈ ਨਾ ਮਲਕ ਸਾਹਿਬ? ਐਗਜ਼ੈਕਟਲੀ, ਲੇਕਿਨ ਉੱਥੇ ਉਹਨਾਂ ਚੰਦ ਦਿਨ ਤੋਂ ਨਾ 5 ਮਹੀਨਿਆਂ ਤੋਂ ਬੜਾ ਮੁਸ਼ਕਲ ਕਰਦਾ, ਕਿਉਂਕਿ ਸਾਡੇ ਬੰਦੇ ਆਉਂਦੇ ਨੇ ਬੜਾ ਰਫ ਚਲਾਉਂਦੇ ਨੇ, ਐਕਸੀਡੈਂਟ ਕਰਦੇ ਨੇ ਨਾ, ਤਾਂ ਉਹਨਾਂ ਨੇ ਜ਼ਰਾ ਥੋੜਾ ਜਿਹਾ ਮੁਸ਼ਕਲ ਕਰ ਦਿੱਤਾ ਕਿ ਇੰਨੇ ਘੰਟੇ ਕਿਸੇ ਦੇ ਨਾਲ ਤੋਂ ਚਲਾਉਣਾ ਹੈ। ਤਕਰੀਬਨ 6 ਮਹੀਨੇ ਕਿਸੇ ਬੰਦੇ ਨਾਲ ਚਲਾਉਣਗੇ ਨਾ, ਤਾਂ ਫਿਰ ਪੱਕਾ ਲਾਇਸੈਂਸ ਦੇਣਗੇ। ਚਲੋ ਠੀਕ ਹੈ ਮਲਕ ਸਾਹਿਬ, ਬਹੁਤ ਸ਼ੁਕਰੀਆ। ਦੇਖਦੇ ਰਹੋ 9 ਬ੍ਰਦਰਜ਼ ਟੀਵੀ। ਨਾਜ਼ਰੀਨ ਫਿਰ ਤੁਹਾਨੂੰ ਨਵੇਂ ਮਹਿਮਾਨ ਨਾਲ ਮਿਲਾਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਇਸ ਹੈਲਪ ਸਮਝਿਆ। ਨਹੀਂ ਤਾਂ ਚੈਨਲ ਵੀ ਤੁਹਾਡੇ ਲਈ ਮਲਕ ਸਾਹਿਬ ਖੋਲਿਆ ਦਾ, ਇਹ ਅਸੀਂ ਗੱਪਸ਼ਪ ਪ੍ਰੋਗਰਾਮ ਰੱਖਿਆ ਦਾ ਵਾ, ਤਾਂ ਕਿ ਕਿਸੇ ਨਾ ਕਿਸੇ ਨੂੰ ਫਾਇਦਾ ਹੈ। ਤੁਹਾਡੀ ਤਸਵੀਰ ਲੋਕ ਦੇਖਣਗੇ ਪੂਰੀ ਦੁਨੀਆ 'ਚ, ਉਹ ਖੁਸ਼ ਹੋਣਗੇ ਤੁਹਾਡੇ ਦੋਸਤ, ਔਰ ਹੋ ਸਕਦਾ ਤੁਹਾਡਾ ਫਿਰ ਬਸ ਜੀ ਮੇਰੀ ਦਰਖਾਸਤ ਹੈ ਸਭ ਦੋਸਤਾਂ ਨੂੰ ਕਿ ਬਣੀ ਨੋ ਇਨਸਾਨ ਦੀ ਖਿਦਮਤ ਕਰੋ, ਰੱਬ ਤੁਹਾਨੂੰ ਇੰਨਾ ਦੇਗਾ ਕਿ ਕੋਈ ਹੱਦ ਕੋਈ ਨਹੀਂ। ਮੈਂ ਕਹਿੰਦਾ ਸਭ ਤੋਂ ਵੱਡੀ ਇਬਾਦਤ ਇਹੀ ਹੈ ਕਿ ਅੱਲਾਹ ਨਾਲ ਅਗਰ ਕਿਸੇ ਨੇ ਰਾਬਤਾ ਕਰਨਾ ਹੈ ਤੇ ਬਣੀ ਨੋ ਇਨਸਾਨ ਦੀ ਖਿਦਮਤ ਕਰੋ, ਰੱਬ ਤੁਹਾਡੇ ਅੰਦਰ ਆ ਜਾਏਗਾ। ਅਗਰ ਆਲਰੇਡੀ ਰੱਬ ਤੁਹਾਡੇ ਅੰਦਰ ਹੈ ਵੇ, ਲੇਕਿਨ ਖੁਦਾ ਵੇਖਦਾ ਮੇਰੀ ਬਾਗ ਦੀ ਮਖਲੂਕ ਦੀ ਕਿੰਨੀ ਖਿਦਮਤ ਕਰ ਰਹੇ ਨੇ। ਇਹ ਦੁਨੀਆ ਦੀ ਬਾਗ ਹੈਗਾ, ਬੰਦੇ ਤੇ ਬੂਟੇ ਨੇ। ਬਹੁਤ ਖੂਬ ਮਲਕ ਸਾਹਿਬ ਤੁਹਾਡੀ ਮਲਕ ਸਾਹਿਬ ਨੂੰ ਮੈਂ ਕਿਹਾ ਕਿ ਤਸਵੀਰ ਭੇਜ ਦਿਓ। ਮਲਕ ਸਾਹਿਬ ਨੇ ਕੋਈ 30 ਮੈਨੂੰ ਤਸਵੀਰਾਂ ਭੇਜ ਦਿੱਤੀਆਂ। ਮੈਂ ਕਿਹਾ ਮਲਕ ਸਾਹਿਬ ਕਿ ਮੈਂ ਕਿੱਥੇ ਭੇਜਾਂ, ਦੱਸੋ, ਰਿਸ਼ਤੇਦਾਰ ਕਿਤੇ ਦਫ਼ਤਰਾਂ 'ਚ ਭੇਜਦਾ, ਕੀ ਕਰਾਂ ਇਹਨਾਂ ਦਾ। ਅੱਛਾ ਜਜ਼ਾਕ। ਜੁੜੇ ਰਹੋ 9 ਬ੍ਰਦਰਜ਼ ਟੀਵੀ ਦੇ ਨਾਲ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਫਿਰ ਮਿਲਾਂਗੇ। ਅੱਲਾਹ ਹਾਫਿਜ਼। ਓਕੇ ਜੀ, ਅੱਲਾਹ ਹਾਫਿਜ਼। ਖੁਦਾ ਹਾਫਿਜ਼।